ਬਾਬਾ ਜੀ, ਕਈ ਵਾਰੀ ਬੈਠੇ ਆਪਾਂ ਕਿਤੇ ਸਫ਼ਰ ਤੇ ਜਾਈਏ ਜਾਂ ਕਿਤੇ ਵੀ ਹੋਈਏ ਤਾਂ ਆਪਣੇ ਆਸ ਪੜੋਸੀ ਆਪਣੀ ਛੱਤ ਤੇ ਆਪਾਂ ਨੂੰ ਮੀਟ ਮੱਛੀ ਬਣਨ ਦੀ ਸਮੈਲ ਆਉਂਦੀ ਹੈ ਕਿ ਆਪਾਂ ਨੂੰ ਉਹਦਾ ਕਰਮ ਭੋਗਣਾ ਪਊਗਾ। ਨਹੀਂ ਬੇਟਾ, ਆਪਾਂ ਦੁਨੀਆ ਨੂੰ ਨਹੀਂ ਬਦਲ ਸਕਦੇ, ਆਪਾਂ ਆਪਣਾ ਬਚਾਓ ਕਰਨਾ ਹੈ। ਹੁਣ ਜੋ ਦੁਨੀਆ ਕਰਦੀ ਹੈ, ਹੁਣ ਆਪਾਂ ਇਹੋ ਜਿਹੀ ਤਾਂ ਕੋਈ ਵੀ ਜਗ੍ਹਾ ਨਹੀਂ ਹੋਊਗੀ ਜਿੱਥੇ ਸਾਰਾ ਕੁਝ ਹੀ ਚੰਗਾ ਹੋਵੇ ਬੇਟਾ। ਬਾਬਾ ਜੀ, ਆਪਾਂ ਭਜਨ ਕਰਦੇ ਹਾਂ ਔਰ ਸਿਮਰਨ ਕਰਦੇ ਹਾਂ ਔਰ ਤੁਰਤ ਭਜਨ ਤੇ ਬੈਠ ਜਾਂਦੇ ਹਾਂ ਤੇ ਆਪਣੇ ਕੰਨਾਂ ਆਪਣਾ ਸਿਮਰਨ ਦੀ ਆਵਾਜ਼ ਆਉਂਦੀ ਹੈ ਤੇ ਕੰਨਾਂ ਦੀ ਆਵਾਜ਼ ਤੇ ਫਿਰ ਬਾਅਦ ਚ ਆਉਂਦੀ ਹੈ ਨਾ, ਤੇ ਧਿਆਨ ਤੇ ਉਹ ਸਿਮਰਨ ਭਜਨ ਚ ਲਗਾ ਰਹਿੰਦਾ, ਭਜਨ ਚ ਲਗਾ ਰਹਿੰਦਾ, ਸਿਮਰਨ ਕਰਨ ਚ ਲਗਾ ਰਹਿੰਦਾ। ਤੁਸੀਂ ਬੇਟਾ ਜਦੋਂ ਸਿਮਰਨ ਕਰਦੇ ਹੋ, ਸਿਮਰਨ ਦਾ ਮਤਲਬ ਹੈ ਇਕਾਗਰਤਾ। ਜਿਵੇਂ ਜਿਵੇਂ ਇਕਾਗਰਤਾ ਆਊਗੀ ਤੁਹਾਨੂੰ ਧੁਨ ਸੁਣਾਈ ਦੇਊਗੀ, ਮਗਰ ਉਸ ਵਕਤ ਸਿਮਰਨ ਤੇ ਧਿਆਨ ਰੱਖੋ। ਜਦੋਂ ਭਜਨ ਤੇ ਬੈਠੋਗੇ ਉਦੋਂ ਤੁਸੀਂ ਧੁਨ ਦੇ ਉੱਤੇ ਧਿਆਨ ਰੱਖੋ, ਕਿਉਂਕਿ ਆਪਾਂ ਸਿਮਰਨ ਕਰਦੇ ਰਹੇ ਹੀ ਹਾਂ। ਪਿੱਛੇ ਜੇ ਸਿਮਰਨ ਚੱਲਦਾ ਰਹਿਣ ਦਿਓ, ਮਗਰ ਤੁਸੀਂ ਆਪਣਾ ਧਿਆਨ ਧੁਨ ਦੇ ਉੱਤੇ ਰੱਖੋ ਉਸ ਵਕਤ। ਬਾਬਾ ਜੀ, ਸਾਡੇ ਸੈਂਟਰ 'ਚ ਜ਼ਰੂਰ ਆਇਓ ਔਰ ਸਾਡੇ ਪਰਿਵਾਰ ਤੇ ਜ਼ਰੂਰ ਦਇਆ ਮਿਹਰ ਕਰਿਓ ਬਾਬਾ ਜੀ। ਬਾਬਾ ਜੀ, ਮੇਰੇ ਕੋਲੋਂ ਭਜਨ ਸਿਮਰਨ ਤੇ ਬੈਠਦੀ ਜ਼ਰੂਰ ਹਾਂ, ਪਰ ਮੇਰਾ ਮਨ ਪਤਾ ਨਹੀਂ ਕਿੱਥੇ ਕਿੱਥੇ ਖਿਲ ਰਿਹਾ ਹੁੰਦਾ, ਉਹ ਨਹੀਂ ਕਾਬੂ ਹੁੰਦਾ। ਬੇਟਾ ਉਹ ਸਾਰਿਆਂ ਦਾ ਹੀ ਹਾਲ ਹੈ, ਸਿਰਫ ਆਪਣਾ ਨਹੀਂ, ਸਾਰਿਆਂ ਦਾ ਇਹ ਹਾਲ ਹੈ। ਇਸ ਕਰਕੇ ਆਪਾਂ ਨੂੰ ਭਜਨ ਸਿਮਰਨ ਦਿੱਤਾ ਗਿਆ ਹੈ। ਹੁਣ ਬੱਚੇ ਨੂੰ ਸਕੂਲ ਪਾਉਂਦੇ ਆ, ਪਹਿਲੇ ਦਿਨ ਜਾ ਕੇ ਤਾਂ ਨਹੀਂ ਉਹ ਪੜ੍ਹਾਕੂ ਬਣ ਜਾਂਦਾ ਬੇਟਾ, ਧਿਆਨ ਲਾਣਾ ਪੈਂਦਾ ਹੈਗਾ। ਜਿਵੇਂ ਜਿਵੇਂ ਧਿਆਨ ਲੱਗੂਗਾ, ਸਾਡਾ ਅੰਦਰੋਂ ਰਸ ਆਊਗਾ, ਆਪਣੇ ਆਪ ਲਜ਼ਤ ਆਊਗੀ, ਆਪਾਂ ਮਨ ਨੂੰ ਕਾਬੂ ਵੀ ਕਰ ਸਕਾਂਗੇ। ਇਸ ਕਰਕੇ ਕੋਸ਼ਿਸ਼ ਵਿੱਚ ਕਮੀ ਨਹੀਂ ਹੋਣੀ ਚਾਹੀਦੀ। ਉਹਨੇ ਸਾਡਾ ਨਤੀਜਾ ਨਹੀਂ ਦੇਖਣਾ, ਉਹਨੇ ਸਾਡੀ ਕੋਸ਼ਿਸ਼ ਦੇਖਣੀ। ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ। ਵੈਸੇ ਕੰਨਾਂ ਤੇ ਸੁਣਾਈ ਵੀ ਨਹੀਂ ਦਿੰਦਾ, ਮੇਰਾ ਕੱਬਾ ਕੰਨ ਸੁਣਦਾ ਕੁਛ ਨਹੀਂ ਹੈ। ਤੁਸੀਂ ਕਾਹਨੂੰ ਖੱਬੇ ਸੱਜੇ 'ਚ ਪੈਂਦੇ ਹੋ? ਆਪਾਂ ਤਾਂ ਇੱਥੇ ਸ਼ਬਦ ਨੂੰ ਸੁਣਨਾ ਹੈ ਬਸ। ਰਾਸਮ ਬਾਬਾ ਜੀ ਕਲਯੁਗ ਦਾ ਸਾਰ ਕੀ? ਅਸੀਂ ਕਿਸੇ ਦੇ ਉੱਤੇ ਕਿਸੇ ਨਾਲ ਕੰਮ ਕਰਦੇ ਆ ਜਾਂ ਕੁਝ ਵੀ, ਮਤਲਬ ਅਸੀਂ ਕਿਸੇ ਨਾਲ ਕੋਈ ਕੰਮ ਕਰਦੇ ਅੱਗੇ ਤਾਂ ਅਸੀਂ ਉਸ ਤੇ ਭਰੋਸਾ ਕਰ ਲੈਂਦੇ, ਪਰ ਅਗਲਾ ਬੰਦਾ ਸੈਲਫਿਸ਼ ਹੋ ਕੇ ਸਾਨੂੰ ਧੋਖਾ ਦੇ ਕੇ ਚਲੇ ਜਾਂਦਾ ਜੀ। ਤੇ ਅਸੀਂ ਮਤਲਬ ਕਿਵੇਂ ਕਿਸੇ ਤੇ ਭਰੋਸਾ ਕਰਨਾ ਚਾਹੀਦਾ ਕਿ ਨਹੀਂ? ਜਿਵੇਂ ਤੁਸੀਂ ਸਤਸੰਗ ਵਿੱਚ ਕਹਿੰਦੇ ਹੋ ਕਿ ਇਨਸਾਨ ਦੀ ਮਦਦ ਕਰ ਸਕਦਾ ਹੈ, ਜਾਨਵਰ ਸਾਡੇ ਮਦਦ ਲਈ ਨਹੀਂ ਆ ਸਕਦੇ ਹੈਗੇ। ਬੇਟਾ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮਾਲਿਕ ਨੇ ਸਾਨੂੰ ਜੋ ਜਾਨਵਰਾਂ ਤੋਂ ਕਿਵੇਂ ਫਰਕ ਬਣਾਇਆ ਕਿ ਮਾਲਿਕ ਨੇ ਆਪਾਂ ਨੂੰ ਸੋਚਣ ਦੀ ਤਾਕਤ ਦਿੱਤੀ ਹੈ, ਵਿਵੇਕ ਦੀ ਤਾਕਤ ਦਿੱਤੀ ਹੈ। ਵਿਵੇਕ ਦਾ ਮਤਲਬ ਹੈ ਕਿ ਆਪਾਂ ਸੋਚ ਸਮਝ ਕੇ ਕਦਮ ਚੁੱਕੀਏ। ਹੁਣ ਜੇ ਆਪਾਂ ਅੱਖਾਂ ਬੰਦ ਕਰਕੇ ਜਾਵਾਂਗੇ ਤਾਂ ਫਿਰ ਠੋਕਰ ਤਾਂ ਲੱਗੂਗੀ ਬੇਟਾ। ਆਪਣੇ ਵੱਲੋਂ ਪੂਰਾ ਇਤਿਆਦ ਵਰਤੋ ਔਰ ਬਾਕੀ ਜੋ ਮਾਲਿਕ ਦੀ ਮੌਜ ਹੈ ਬੇਟਾ। ਮੈਂ ਬਾਹਰ ਜਾਣਾ ਚਾਹੁੰਦਾ ਸੀਗਾ ਅਬਰੋਡ ਵਾਸਤੇ, ਪਰ 6 ਸਾਲ ਹੋ ਗਏ ਉਹਨਾਂ ਨੇ ਜਾਣ ਨਹੀਂ ਦਿੱਤਾ ਜੀ। ਹੁਣ ਕਰੋਨਾ ਆ ਗਿਆ, ਹੁਣ ਵੈਸੇ ਨਹੀਂ ਜਾ ਸਕਦੇ। ਨਹੀਂ ਬੇਟਾ ਦੇਖੋ, ਇਹ ਪਤਾ ਨਹੀਂ ਤੁਹਾਡੇ ਬੱਚਿਆਂ ਨੂੰ ਕੀ ਸ਼ੌਕ ਹੈ ਬਾਹਰ ਜਾਣ ਦਾ। ਆਪਾਂ ਨੂੰ ਉੱਥੇ ਦੁੱਗਣੀ ਤਿਗਣੀ ਚੌਗਣੀ ਮਿਹਨਤ ਕਰਨੀ ਪੈਂਦੀ ਹੈ। ਹਾਂਜੀ ਹਾਂ, ਇੱਥੇ ਸਾਰਾ ਪੱਕੀਆਂ ਪਕਾਈਆਂ ਮਿਲਦੀਆਂ, ਤੁਹਾਨੂੰ ਕਦਰ ਹੀ ਨਹੀਂ ਹੁੰਦੀ। ਹਾਂਜੀ हाँ ठीक है बाबा जी, पहले भी भजन में बैठती थी ना तो मन लगता था, अब भजन में बैठती हूँ तो पता नहीं क्या, अब मेरा ध्यान नहीं जाता उधर। बस मन किस में लगता है अब? नहीं, ऐसे पता नहीं बैठती हूँ तो मन ऐसे उधर उधर बस घूमता, पता नहीं क्यों। पहले तो ध्यान लगता था, अब पता नहीं। बेटा देखो, मालिक को होगा पता, मेरे को तो कोई पता नहीं। हाँ, मेरे को पता नहीं। हाँ, ध्यान नू बेकाबू किने कीता है? देखो, घर में बच्चा है, बच्चे को बिगाड़ता कौन है? माँ बाप बिगाड़ते हैं। तो फिर सहना किसको पड़ेगा? माँ बाप को सहना पड़ेगा ना। तो मन को किसने बिगाड़ा है? मन की बागडोर किसने छोड़ दी? आपने छोड़ी है, तो आपने ही उसको काबू करना है ना। इसीलिए बेटा भजन सिमरन दिया गया है कि हम अपना सही और अच्छा पहचान के हम मन की जो बागडोर है अपने हाथ में लें। क्या सारी उम्र आपने किसी की चाकरी करनी है कि खुद मुख्तियार होना है? जी बाबा जी, दया कृपा करना और भजन सिमरन में मेरा ध्यान लगाना। बस आप अपनी तरफ से सच्चे दिल से बैठेंगे, जरूर मालिक बख्शिश करेंगे। बस बाबा जी, दर्शन असली मतलब की है जी? बेटा ਜਦੋਂ ਆਪਾਂ ਉਸ ਮੁਕਾਮ ਤੇ ਪਹੁੰਚ ਜਾਵਾਂਗੇ ਨਾ ਜਿੱਥੇ ਸਾਡੀ ਭਾਵਨਾ ਇਹੋ ਜੀ ਬਣ ਜੂਗੀ ਕਿ ਸਾਨੂੰ ਸਿਰਫ ਇੱਕ ਦਿਖਾਈ ਦਿੰਦਾ, ਹੋਰ ਕੁਝ ਨਹੀਂ ਦਿਖਾਈ ਦਿੰਦਾ, ਉਹ ਦਰਸ਼ਨ ਹੈ ਬੇਟਾ। ਬਾਬਾ ਜੀ, ਇੱਕ ਗੋਲ ਤੇ ਫੋਕਸ ਕਿਵੇਂ ਕਰੀਏ? ਮਨ ਬਹੁਤ ਜਲਦੀ ਡਾਈਵਰਟ ਹੋ ਜਾਂਦਾ ਹੈ ਜੀ। ਬੇਟਾ ਸੋਚਣ ਦੀ ਗੱਲ ਹੈ, ਕਿਹੜੀ ਚੀਜ਼ ਦੇ ਨਾਲ ਫਾਇਦਾ, ਕਿਹੜੀ ਚੀਜ਼ ਨਾਲ ਨੁਕਸਾਨ ਹੈ ਬੇਟਾ। ਜਿਨ੍ਹਾਂ ਚੀਜ਼ਾਂ ਤੇ ਇਸ ਵਕਤ ਆਪਾਂ ਧਿਆਨ ਲਗਾ ਕੇ ਬੈਠੇ ਆ ਉਹਨਾਂ ਨਾਲ ਤਾਂ ਨੁਕਸਾਨ ਹੀ ਨੁਕਸਾਨ ਹੈ। ਜਿਸ ਦੇ ਉੱਤੇ ਫਾਇਦਾ ਹੈ ਉੱਥੇ ਸਾਡੀ ਇਕਾਗਰਤਾ ਟਿਕਦੀ ਨਹੀਂ ਬੇਟਾ। ਬਾਬਾ ਜੀ, ਪ੍ਰੋਫੈਸ਼ਨ ਨੂੰ ਲੈ ਕੇ ਜਿਵੇਂ IAS ਅਫਸਰ ਵਾਸਤੇ ਮੈਂ ਤਿਆਰੀ ਕਰ ਰਿਹਾ ਹਾਂ, ਉਸ ਤੋਂ ਬਾਅਦ ਬਾਬਾ ਜੀ ਲੱਗਦਾ ਜਿਵੇਂ ਮੈਨੂੰ ਇੰਜੀਨੀਅਰ ਦੀ ਤਿਆਰੀ ਕਰਨੀ ਚਾਹੀਦੀ ਹੈ। ਹੁਣ ਮੈਂ ਮਕੈਨੀਕਲ ਇੰਜੀਨੀਅਰਿੰਗ ਕਰ ਰਿਹਾ ਬਾਬਾ ਜੀ।
ਬੇਟਾ ਇੱਕ ਚੀਜ਼ ਫੜ ਲਾ ਔਰ ਲੱਗ ਜਾ ਉਹਦੇ ਵਿੱਚ। ਆਪਾਂ ਜੋ ਵੀ ਕੰਮ ਕਰਨਾ ਉਹਦੇ ਵਿੱਚ ਮਾਹਿਰ ਹੋਣਾ ਹੈ। ਸੋ ਇਸ ਕਰਕੇ ਇਸ ਵਕਤ ਆਪਣੇ ਮਕੈਨੀਕਲ ਇੰਜੀਨੀਅਰਿੰਗ ਦੇ ਉੱਤੇ ਧਿਆਨ ਰੱਖੋ। ਜਦੋਂ ਉਹ ਪਾਸ ਹੋ ਗਿਆ ਫਿਰ ਤੁਸੀਂ ਹੋਰ ਇਮਤਿਹਾਨ ਦੇਣਾ ਚਾਹੁੰਦੇ ਹੋ, ਫਿਰ ਉਹਦੇ ਉੱਤੇ ਧਿਆਨ ਰੱਖੋ ਬੇਟਾ। ਥੈਂਕ ਯੂ ਸੋ ਮਚ ਬਾਬਾ ਜੀ ਇਹ ਗੋਲਡਨ ਚਾਂਸ ਦੇਣ ਲਈ। ਬਾਬਾ ਜੀ ਕਿਆ ਸੇਵਾ ਕਰਕੇ ਵੀ ਕਰਮ ਕੱਟਦੇ ਨੇ? ਬੇਟਾ ਸੇਵਾ ਕਰਨ ਦੇ ਨਾਲ ਮਾਹੌਲ ਬਣਦਾ ਹੈ। ਮਾਹੌਲ ਚੰਗਾ ਬਣੂਗਾ, ਭਜਨ ਸਿਮਰਨ ਕਰਾਂਗੇ, ਕਰਮ ਕੱਟਣਗੇ ਸ਼ਬਦ ਦੇ ਨਾਲ ਬੇਟਾ। ਸ਼ਬਦ ਕਰਮ ਕੀ ਰੇਖ ਘਟਾਏ, ਇਹਦੇ ਨਾਲ ਤਾਂ ਮਾਹੌਲ ਚੰਗਾ ਬਣਦਾ ਹੈ। ਠੀਕ ਹੈ। ਤੇ ਬਾਬਾ ਜੀ ਹੋਰ ਮੈਂ ਲੋਕਾਂ ਨੇ ਦੇਖਿਆ ਵੀ ਰੂਹਾਨੀਅਤ ਦੀ ਗੱਲਾਂ ਕਰਦੇ ਤੇ ਭਜਨ ਸਿਮਰਨ ਵੀ ਕਰਦੇ, ਪਰ ਉਹਨਾਂ 'ਚ ਗੁੱਸਾ ਵੀ ਬਹੁਤ ਹੁੰਦਾ ਹੈਗਾ, ਆਂਦਾ ਕਦੇ ਕਦੇ। ਫਿਰ ਐਵੇਂ ਤੁਹਾਨੂੰ ਕੀ ਪਤਾ ਬੇਟਾ ਕਿੰਨਾ ਗੁੱਸਾ ਸੀ? ਜੇ ਭਜਨ ਸਿਮਰਨ ਨਾ ਕਰਦੇ ਤਾਂ ਸ਼ਾਇਦ ਉਸ ਤੋਂ ਵੀ ਜ਼ਿਆਦਾ ਹੁੰਦਾ। ਸੋ ਇਸ ਕਰਕੇ ਆਪਾਂ ਨਹੀਂ ਕਿਸੇ ਦੀ ਪਰਖ ਕਰਨੀ ਬੇਟਾ, ਆਪਾਂ ਆਪਣੇ ਆਪ ਨੂੰ ਦੇਖਣਾ। ਸਿੱਖੋ ਦੁਨੀਆ ਦੇਖ ਕੇ ਕਿ ਅਸੀਂ ਨਾ ਕੋਈ ਉਹੋ ਜਿਹੀ ਅਵਸਥਾ ਵਿੱਚ ਪੈ ਜਾਈਏ। ਨਾਮਦਾਨ ਦੀ ਬਖਸ਼ਿਸ਼ ਕਰਨਾ। ਬਾਬਾ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਆਪਣੇ ਸਾਹਮਣੇ ਖੜੇ ਕਰਨ ਦਾ ਮੌਕਾ ਦਿੱਤਾ। ਇਹ ਮੇਰਾ ਸੁਪਨਾ ਸੀਗਾ ਜਿਹੜਾ ਤੁਸੀਂ ਮੇਰਾ ਸੁਪਨਾ ਪੂਰਾ ਕੀਤਾ ਵਾ। ਤੇ ਬਾਬਾ ਜੀ ਸੇਵਾ ਬਖਸ਼ਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਬਾਬਾ ਜੀ ਗੱਲ ਪੁੱਛਣੀ ਸੀਗੀ ਕਿ ਅਸਲੀ ਸੇਵਾਦਾਰ ਆਪ ਕਿਵੇਂ ਬਣਿਆ ਜਾ ਸਕਦਾ ਤੁਹਾਡਾ? ਬੇਟਾ ਆਪਾਂ ਪਤਾ ਨਹੀਂ ਅਸਲ ਔਰ ਨਕਲ ਵਿੱਚ ਕਿੱਥੇ ਪੈ ਗਏ ਕਿ ਅਸਲੀ ਕੌਣ ਔਰ ਨਕਲੀ ਕੌਣ ਹੈ। ਜਿੰਨੀ ਜਿਹਦੀ ਔਕਾਤ ਹੈ ਉਨੀ ਉਹ ਕਰ ਰਿਹਾ ਬੇਟਾ। ਆਪਣੀ ਕੋਸ਼ਿਸ਼ ਵਿੱਚ ਕਮੀ ਨਹੀਂ ਹੋਣੀ ਚਾਹੀਦੀ। ਹੁਣ ਇਹ ਨਾ ਕਦੇ ਸੋਚੋ ਕਿ ਜਿਹੜਾ ਸਰਸੰਗ ਕਰਦਾ ਹੈ ਉਹਦੀ ਵੱਡੀ ਸੇਵਾ ਹੈ ਤੇ ਜਿਹੜਾ ਕੋਈ ਜੁੱਤੀਆਂ ਦੀ ਸੇਵਾ ਕਰਦਾ ਉਹਦੀ ਘੱਟ ਸੇਵਾ ਹੈ। ਸੇਵਾ ਸੇਵਾ ਹੁੰਦੀ ਹੈ ਬੇਟਾ। ਸੇਵਾ ਦਾ ਮਤਲਬ ਹੈ ਭਾਵਨਾ ਸਹੀ ਹੋਣੀ ਚਾਹੀਦੀ ਹੈ। ਸੇਵਾ ਦਾ ਮਤਲਬ ਹੈ ਸਿਰ ਝੁਕਣਾ ਚਾਹੀਦਾ ਹੈਗਾ। ਤੇ ਜੇ ਸਰਸੰਗ ਕਰਕੇ ਉਹਨੂੰ ਅਹੰਕਾਰ ਆ ਗਿਆ ਫਿਰ ਕਾਹਦੀ ਸੇਵਾ ਰਹਿ ਗਈ? ਬਾਬਾ ਜੀ ਇੱਕ ਚੀਜ਼ ਹੋਰ ਪੁੱਛਣੀ ਆ। ਮੇਰੀ ਵਾਈਫ ਜਿਹੜੀ ਹੈਗੀ ਉਹ ਮੇਰੇ ਨਾਲ ਆਪ ਭਜਨ ਸਿਮਰਨ ਤੇ ਨਹੀਂ ਬੈਠਦੀ ਤੇ ਉਹਨੂੰ ਤੁਹਾਡੇ ਨਾਲ ਕਾਹਨੂੰ ਬਹਿਣਾ ਚਾਹੀਦਾ? ਆਪਣੇ ਆਪ ਬੈਠੇ। ਬਾਬਾ ਜੀ ਨਹੀਂ ਬੈਠਦੇ, ਹੁਣ ਇੱਕੋ ਘਰ 'ਚ ਰਹਿੰਦੇ ਤਾਂ ਨਾਲ ਹੀ ਬੈਠਣਾ ਪਊਗਾ। ਬੇਟਾ ਉਹਨੂੰ ਬੈਠਣਾ ਚਾਹੀਦਾ। ਕਿਵੇਂ ਬੈਠਦੀ ਹੈ, ਕਿੱਥੇ ਬੈਠਦੀ ਹੈ, ਇਹ ਉਹਦੇ ਉੱਤੇ ਛੱਡੋ। ਤੁਸੀਂ ਆਪ ਉਦਾਹਰਨ ਬਣੋ। ਇਹਨਾਂ ਚੀਜ਼ਾਂ ਵਿੱਚ ਬੇਟਾ ਗਿਰੇ ਸ਼ਿਕਵੇ ਨਹੀਂ ਹੋਣੇ ਚਾਹੀਦੇ। ਤੁਸੀਂ ਚੰਗਾ ਉਦਾਹਰਨ ਬਣ ਕੇ ਦਿਖਾਓ, ਮਗਰ ਅੱਗੇ ਉਹਦੀ ਕਰਨੀ ਹੈ ਬੇਟਾ। ਜੇ ਉਹ ਤੁਹਾਨੂੰ ਕਹੇ ਤੁਸੀਂ ਨਾ ਬੈਠੋ ਫਿਰ ਤੁਹਾਨੂੰ ਚੰਗਾ ਲੱਗੂਗਾ। ਫਿਰ ਬੇਟਾ ਜੇ ਉਹ ਤੁਹਾਡੀ ਸੋਚ ਦੀ ਕਦਰ ਕਰਦੀ ਹੈ ਤੁਸੀਂ ਉਹਦੀ ਕਦਰ ਕਰੋ। ਠੀਕ ਹੈ। ਇਹ ਉਹਨੂੰ ਆਪ ਖੁਦ ਕਰਨ ਦਿਓ ਬੇਟਾ। ਠੀਕ ਹੈ। ਰਸ ਬਾਬਾ ਜੀ ਥੈਂਕ ਯੂ ਫॉर ਤੁਸੀਂ ਮੈਨੂੰ ਫਸਟ ਟਾਈਮ ਲਈ ਇਹ ਚਾਂਸ ਦਿੱਤਾ। ਬਾਬਾ ਜੀ ਮੇਰਾ ਫਸਟ ਕੁਐਸਚਨ ਇਹੀ ਆ ਵੀ ਸਾਨੂੰ ਹੁਕਮ ਦੀ ਸੇਵਾ ਕਰਨੀ ਚਾਹੀਦੀ ਜਾਂ ਮਨਮਰਜ਼ੀ ਦੀ ਸੇਵਾ ਕਰਨੀ ਚਾਹੀਦੀ? ਮਨਮਰਜ਼ੀ ਦੀ ਸੇਵਾ ਕੀ ਹੁੰਦੀ ਹੈ ਬੇਟਾ? ਫਿਰ ਤਾਂ ਸੇਵਾ ਹੋਣੀ ਨਹੀਂ। ਫਿਰ ਬੇਟਾ ਜੇ ਮਨਮਰਜ਼ੀ ਦੀ ਸੇਵਾ ਕਰਨੀ ਹੈ ਫਿਰ ਕਿਸੇ ਨੇ ਇੱਥੇ ਨਹੀਂ ਬੈਠੇ ਹੋਣਾ, ਸਾਰਿਆਂ ਨੇ ਮੇਰੇ ਕੋਠੀ 'ਚ ਬੈਠੇ ਹੋਣਾ। ਬਾਬਾ ਜੀ ਸਾਨੂੰ ਜਿੱਦਾਂ ਸੇਵਾ ਦਿੱਤੀ ਜਾਂਦੀ ਆ ਵੀ ਨਹੀਂ ਦੇਖੋ ਬੇਟਾ ਸੇਵਾ ਦਾ ਮਤਲਬ ਕੀ ਹੈ? ਸੇਵਾ ਦਾ ਮਤਲਬ ਹੈ ਕਿ ਮਨ ਵਿੱਚ ਨਿਮਰਤਾ ਆਵੇ, ਮਨ ਝੁਕਣਾ ਸਿੱਖੇ। ਤਾਂ ਜੇ ਅਸੀਂ ਮਨਮਰਜ਼ੀ ਦੀ ਕਰਾਂਗੇ ਫਿਰ ਕਿੱਥੇ ਮਨ ਝੁਕਦਾ ਬੇਟਾ? ਫਿਰ ਤਾਂ ਤੁਸੀਂ ਮਨ ਨੂੰ ਤਾਂ ਹੋਰ ਉੱਚਾ ਕਰੀ ਜਾਂਦੇ ਹੋ। ਮਨ ਤਾਂ ਹੀ ਝੁਕੂਗਾ, ਨਿਮਰਤਾ ਤਾਂ ਹੀ ਆਊਗੀ ਜਦੋਂ ਕਿਸੇ ਹੋਰ ਦੇ ਕਹੇ ਤੇ ਆਪਾਂ ਉਹਦੀ ਮਰਜ਼ੀ ਦੇ ਨਾਲ ਕਰਾਂਗੇ ਬੇਟਾ। ਬਾਬਾ ਜੀ ਸਾਨੂੰ ਜਿੱਦਾਂ ਵੀ ਸਾਡੇ ਜਿਹੜੇ ਅਨਦਰ ਪਰਸਨ ਸਾਨੂੰ ਲੈਣ ਆ ਜਾਂਦਾ ਕਿ ਸਾਡੇ ਨਾਲ ਹੀ ਚੱਲੋ, ਸਾਡੇ ਜਥੇ ਨਾਲ ਹੀ ਚੱਲੋ, ਕਿ ਤੁਸੀਂ ਸਾਡੇ ਨਾਲ ਆਏ ਹੋ, ਸਾਡੇ ਨਾਲ ਹੀ ਸੇਵਾ ਕਰੋ। ਤੇ ਇਹ ਤਾਂ ਹੁਣ ਬੇਟਾ ਜਿਹੜੇ ਜਥੇਦਾਰ ਨੂੰ ਸੇਵਾ ਦਿੱਤੀ ਗਈ ਹੈ ਕਿ ਵੀ ਤੇਰਾ ਜੱਥਾ ਇੱਥੇ ਹੋਣਾ ਚਾਹੀਦਾ, ਤੇਰਾ ਇੱਥੇ ਹੋਣਾ ਚਾਹੀਦਾ। ਸਾਡੀ ਸੇਵਾ ਕਿਤੇ ਹੋਰ ਲੱਗੀ ਹੋਵੇ। ਨਹੀਂ ਪਰ ਕਿਵੇਂ ਲੱਗ ਗਈ? ਉਹ ਤਾਂ ਜੱਥਿਆਂ ਨੂੰ ਦੱਸਿਆ ਜਾਂਦਾ ਨਾ ਕਿ ਤੁਸੀਂ ਇੱਥੇ ਕਰੋ, ਤੁਹਾਨੂੰ ਉੱਥੇ ਲੱਗਣਾ ਚਾਹੀਦਾ ਬੇਟਾ। ਹੁਣ ਜੇ ਸਾਰੇ ਆਪਣੀ ਮਨਮਰਜ਼ੀ ਕਰਨੀ ਲੱਗ ਪਏ ਤਾਂ ਕੰਮ ਚੱਲੂਗਾ ਆਪਣਾ। ਘਰ ਵਿੱਚ 4-5 ਜੀ ਹੈ, ਜੇ ਸਾਰੇ ਆਪਣੀ ਮਨਮਰਜ਼ੀ ਕਰਨ ਘਰ ਦਾ ਕੰਮ ਚੱਲ ਸਕਦਾ ਬੇਟਾ। ਤਾਂ ਫਿਰ ਥੋੜਾ ਜਿਹਾ ਆਪਾਂ ਨੂੰ ਉਸ ਹਿਸਾਬ ਕਿਤਾਬ ਦੇ ਨਾਲ ਚੱਲਣਾ ਚਾਹੀਦਾ ਨਾ। ਹੁਣ ਜਿਹੜਾ ਤੁਹਾਨੂੰ ਲਿਆ ਹੈ ਜਥੇਦਾਰ, ਉਹਨੂੰ ਦੱਸਿਆ ਜਾਂਦਾ ਕਿ ਬੇਟਾ ਤੁਸੀਂ ਐਂ ਕਰਨਾ ਹੈਗਾ, ਤਾਂ ਆਪਾਂ ਉਹਦੇ ਨਾਲ ਚੱਲਣਾ ਬੇਟਾ। ਬਾਬਾ ਜੀ ਸੈਕੰਡ ਕੁਐਸਚਨ ਮੇਰਾ ਇਹ ਆ ਕਿ ਜਿਹੜੇ ਮੇਰੇ ਮੰਮਾ ਡੈਡੀ ਦੇ ਜਿਹੜਾ ਵੀ ਸੁਪਨਾ ਆ ਉਹ ਮੈਂ ਕੰਪਲੀਟ ਕਰ ਸਕਾਂ, ਤੇ ਮੇਰੀ ਪਲੀਜ਼ ਹੈਲਪ ਕਰਿਓ। ਤੇ ਜੇ ਆਪਾਂ ਸੱਚੀ ਭਾਵਨਾ ਦੇ ਨਾਲ, ਸੱਚੇ ਦਿਲ ਦੇ ਨਾਲ ਆਪਾਂ ਮਿਹਨਤ ਕਰਾਂਗੇ ਨਾ, ਮਾਲਿਕ ਕਿਉਂ ਨਹੀਂ ਬਖਸ਼ਿਸ਼ ਕਰੂਗਾ। ਨਾਮ ਦੀ ਬਖਸ਼ਿਸ਼ ਕਰੇ ਬਾਬਾ ਜੀ। ਬਾਬਾ ਜੀ ਭਜਨ ਸਿਮਰਨ ਤਾਂ ਪੂਰਾ ਕਰਦਾ ਜੀ, ਤੇ ਤਵੱਜੋ ਜਿਹੜੀ ਉੱਪਰ ਨੀਚੇ ਹੁੰਦੀ ਹੈ ਜੀ, ਤੇ ਭਰੋਸਾ ਪੂਰਾ ਵੱਜਦਾ ਨਹੀਂ। ਨਹੀਂ ਬੇਟਾ ਭਰੋਸਾ ਆਪਣੇ ਆਪ ਆਊਗਾ, ਐਨ ਪਰਖਾਂ 'ਚ ਨਾ ਪਾਓ। ਆਪਾਂ ਪਰਖ ਵਿੱਚ ਪੈ ਜਾਂਦੇ ਹਾਂ।
ਦੇਖੋ ਆਪਾਂ ਭਜਨ ਸਿਮਰਨ ਕਰਨਾ ਹੈ ਮਹਾਰਾਜ ਜੀ ਦਾ ਹੁਕਮ ਮੰਨ ਕੇ, ਨਾ ਕੋਈ ਨਤੀਜਾ ਲੈਣ ਵਾਸਤੇ। ਜੇ ਆਪਾਂ ਨਤੀਜੇ ਦੇਖਣ ਲੱਗ ਪਵਾਂਗੇ ਫਿਰ ਤਾਂ ਇਹ ਕਾਰੋਬਾਰ ਹੋ ਗਿਆ ਨਾ। ਔਰ ਵੈਸੇ ਵੀ ਜੇ ਨਤੀਜਾ ਦੇਖਾਂਗੇ ਬੇਟਾ, ਨਤੀਜਾ ਆਪਣੀ ਕਰਨੀ ਦਾ ਮਿਲੂਗਾ, ਸਾਡੀ ਕਰਨੀ ਕਦੇ ਇੰਨੀ ਹੋ ਨਹੀਂ ਸਕਦੀ ਜਿੰਨੀ ਸਾਨੂੰ ਚਾਹੀਦੀ ਹੈ। ਇਸ ਕਰਕੇ ਆਪਾਂ ਤਾਂ ਹੁਕਮ ਦੀ ਪਾਲਣਾ ਕਰਨੀ ਹੈ, ਹੁਕਮ ਮੰਨੀਏ ਪਾਈਏ। ਬਾਬਾ ਜੀ ਦੂਜਾ ਸਵਾਲ ਇਹ ਆ ਕਿ ਜੇ ਕੋਈ ਸਤਸੰਗੀ ਭਰਾ ਸਾਡੇ ਨਾਲ ਧੋਖਾ ਕਰਦਾ ਤੇ ਸਾਨੂੰ ਗੁੱਸਾ ਬੜਾ ਆਉਂਦਾ ਜੀ। ਠੀਕ ਹੈ ਬੇਟਾ, ਨਹੀਂ ਕਰਨਾ ਚਾਹੀਦਾ, ਮਗਰ ਨਾਲ ਇਹ ਵੀ ਸੋਚੋ ਕਿ ਜੇ ਉਹ ਗਲਤ ਕਰੂਗਾ ਉਹਦੇ ਕਰਮ ਵਧਣਗੇ, ਆਪਾਂ ਗਲਤ ਕਰਾਂਗੇ ਸਾਡੇ ਕਰਮ ਵਧਣਗੇ। ਮੈਂ ਇਹ ਨਹੀਂ ਕਹਿੰਦਾ ਕਿ ਆਪਣਾ ਹੱਕ ਨਾ ਮੰਗੋ, ਜ਼ਰੂਰ ਮੰਗੋ, मगर ਆਪਾਂ ਕੋਈ ਗਲਤ ਕਦਮ ਨਹੀਂ ਚੁੱਕਣਾ। रासू बाबा जी ऐसा क्या करना पड़ेगा कि पूरा जिंदगी सेवा में लग गया? ਬੇਟਾ ਹਰ ਇੱਕ ਚੀਜ਼ ਦਾ ਇੱਕ ਮੌਕਾ ਹੁੰਦਾ ਹੈਗਾ। ਹੁਣ ਇੱਥੇ ਆ ਕੇ ਥੋੜਾ ਜਿਹਾ ਤੁਸੀਂ ਮਾਹੌਲ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਹੋ, ਮਗਰ ਬੇਟਾ ਜਿੰਨਾ ਚਿਰ ਆਪਾਂ ਆਪਣੀ ਮਿਹਨਤ ਦੀ ਕਮਾਈ ਨਹੀਂ ਖਾਵਾਂਗੇ ਤਾਂ ਸੇਵਾ ਵੀ ਸਾਡੇ ਤੋਂ ਚੰਗੀ ਤਰ੍ਹਾਂ ਨਹੀਂ ਹੋਣੀ ਬੇਟਾ। ਸੋ ਇਸ ਕਰਕੇ ਥੋੜਾ ਜਿਹਾ ਨਾ ਬੈਲੈਂਸ ਰੱਖੋ, ਨੌਕਰੀ ਵੀ ਕਰੋ ਔਰ ਜਦੋਂ ਵਕਤ ਮਿਲਦਾ ਹੈ ਸੇਵਾ ਵੀ ਕਰੋ। ਜਿਵੇਂ ਜਿਵੇਂ ਅੱਗੇ ਵਧਾਂਗੇ ਆਪਣੇ ਆਪ ਮਾलिक ਬਖਸ਼ਿਸ਼ ਕਰੂਗਾ। दूसरा सवाल यह है बाबा जी, मेरे मम्मी पापा से पूरी आस है कि मैं उनका नाम रोशन करूं, तो ऐसा कोई गलत कदम नहीं उठना, आप मेहर रखो, नामदान की बख्शिश रखना। रासू बाबा बाबा जी मेरा सवाल है बाबा जी, मेरी सारी जिंदगी बीती है बाबा जी, भजन सिमरन नहीं किया बाबा जी। कि बेटा हुण जो हो गया, हुण अब पछताए क्या जब चिड़ियां चुग गई खेत। हुण जो हो गया ਉਹਦਾ ਹੋ ਗਿਆ, ਹੁਣ ਜਿਹੜਾ ਬਾਕੀ ਰਹਿੰਦਾ ਹੈ ਉਹਦੇ ਉੱਤੇ ਧਿਆਨ ਦਿਓ। ਆਪਾਂ ਪਿਛੋਕੜ ਨੂੰ ਲੈ ਕੇ ਬਹਿ ਜਾਂਦੇ ਹਾਂ, ਉਹ ਤਾਂ ਹੁਣ ਵਕਤ ਚਲੇ ਗਿਆ। ਹੁਣ ਅੱਗੇ ਦੇਖੋ, ਆਪਣਾ ਅੱਗਾ ਬਚਾ ਕੇ ਰੱਖੋ। ਬਾਬਾ ਜੀ ਮੇਰੇ ਜਿਹੜੇ ਰਹਿੰਦੇ ਸਵਾਸ ਜ਼ਿੰਦਗੀ ਦੇ ਬਚਦੇ ਨੇ ਬਾਬਾ ਜੀ, ਮੇਰੇ ਤੇ ਇਤਨੀ ਦਇਆ ਮੇਰ ਤਾਕਤ ਬਖਸ਼ਣ ਬਾਬਾ ਜੀ, ਮੈਂ ਹਰ ਸਵਾਸ ਸਿਮਰਨ ਕਰ ਬਾਬਾ ਜੀ, ਮੇਰਾ ਸਿਮਰਨ ਬਖਸ਼ਣ ਬਾਬਾ ਜੀ, ਦਇਆ ਮੇਰ ਬਖਸ਼ਣੀ ਬਾਬਾ ਜੀ। ਬਾਬਾ ਜੀ ਮੌਕਾ ਮਿਲਦਾ ਤਾਂ ਸੇਵਾ ਤੇ ਵੀ ਆਈ ਹੁੰਦੀ ਹਾਂ, ਪਰ ਭਜਨ ਸਿਮਰਨ ਨਹੀਂ ਬਣਦਾ ਬਾਬਾ ਜੀ। ਨਹੀਂ ਬੇਟਾ, ਜਿੰਨਾ ਚਿਰ ਹੁਣ ਸੇਵਾ ਦਾ ਕੀ ਫਾਇਦਾ ਬੇਟਾ। ਸੇਵਾ ਦਾ ਮਕਸਦ ਹੀ ਇਹ ਹੈ ਕਿ ਮਾਹੌਲ ਬਣਾਈਏ ਕਿ ਭਜਨ ਸਿਮਰਨ ਕਰ ਸਕੀਏ ਬੇਟਾ। ਹੁਣ ਇਹ ਤਾਂ ਉਹੀ ਗੱਲ ਹੈ, ਬੱਚਾ ਕਵੇ ਮੈਂ ਸਕੂਲ ਚਲੇ ਗਿਆ ਮਗਰ ਮੈਂ ਕਲਾਸ 'ਚ ਨਹੀਂ ਗਿਆ, ਪੜ੍ਹਾਈ ਨਹੀਂ ਕੀਤੀ ਮੈਂ, ਫਿਰ ਸਕੂਲ ਜਾਣ ਦਾ ਫਾਇਦਾ ਕੀ? ਠੀਕ ਹੈ ਨਾ। ਸੋ ਬੇਟਾ ਲੈਣ ਦਾ ਵੀ ਜ਼ਰੀਆ ਹੁੰਦਾ, ਦੇਣ ਦਾ ਵੀ ਜ਼ਰੀਆ ਹੁੰਦਾ। ਆਪਾਂ ਜੋ ਕੁਝ ਲੈਣਾ ਹੈ ਭਜਨ ਸਿਮਰਨ ਦੇ ਜ਼ਰੀਏ ਲੈਣਾ ਹੈ, ਉਹਨੇ ਜੋ ਕੁਝ ਦੇਣਾ ਹੈ ਭਜਨ ਸਿਮਰਨ ਦੇ ਜ਼ਰੀਏ ਦੇਣਾ ਹੈ। ਜੇ ਆਪਾਂ ਉਹ ਰਿਸ਼ਤਾ ਹੀ ਨਹੀਂ ਜੋੜਿਆ ਬੇਟਾ, ਆਪਾਂ ਤਾਂ ਫਿਰ ਜਿਵੇਂ ਆਏ ਸੀ ਉਵੇਂ ਚਲੇ ਜਾਵਾਂਗੇ। ਇਹ ਤਾਂ ਜ਼ਰੂਰ ਕਰੋ ਬੇਟਾ। ਬਾਬਾ ਜੀ ਘਰ ਵਿੱਚ ਨਾ ਬੜਾ ਗੁੱਸਾ, ਮਤਲਬ ਸਾਰੇ ਗੁੱਸੇ ਵਿੱਚ ਰਹਿੰਦੇ ਨੇ ਬੇਟਾ ਗੁੱਸਾ ਨਹੀਂ, ਮੈਨੂੰ ਹੁਣ ਇਹ ਦੱਸੋ, ਚਲੋ ਮੰਨ ਲਿਆ ਸਾਰੇ ਗੁੱਸੇ 'ਚ ਰਹਿੰਦੇ ਆ, ਮਗਰ ਗੁੱਸੇ ਨੂੰ ਆਪਾਂ ਠੰਡਾ ਵੀ ਤਾਂ ਕਰਨਾ ਹੈ ਨਾ। ਹੁਣ ਜੇ ਇੱਕ ਇਨਸਾਨ ਵੀ ਘਰ ਵਿੱਚ ਆਪਣੇ ਮਨ ਨੂੰ ਸ਼ਾਂਤ ਰੱਖੂਗਾ, ਆਪਣੀ ਜ਼ਿੰਮੇਵਾਰੀ ਨਿਭਾਊਗਾ, ਖੁਸ਼ ਰਹੂਗਾ, ਤਾਂ ਹੀ ਦੂਜਿਆਂ ਦੇ ਉੱਤੇ ਪ੍ਰਭਾਵ ਪਊ। ਤੇ ਜੇ ਸਾਰੇ ਹੀ ਕਹਿਣਗੇ ਕਿ ਜੇ ਉਹ ਗੁੱਸਾ ਕਰਦਾ ਤਾਂ ਮੈਂ ਵੀ ਗੁੱਸੇ ਆ, ਤੇ ਫਿਰ ਤਾਂ ਅੱਗ ਭੜਕੂਗੀ। ਬੱਚੇ ਪਹਿਲੇ ਬਾਬਾ ਜੀ ਆ ਜਾਂਦੇ, ਹੁਣ ਨਹੀਂ ਆਉਣਾ ਚਾਹੁੰਦੇ ਇੱਧਰ। ਕੋਈ ਆਪਾਂ ਨਹੀਂ ਜ਼ਬਰਦਸਤੀ ਕਰਨੀ ਬੇਟਾ, ਜਦੋਂ ਮੌਕਾ ਹੋਊਗਾ ਆਪਣੇ ਆਪ ਮਾलिक ਬਖਸ਼ਿਸ਼ ਕਰੂਗਾ। ਬਾਬਾ ਜੀ ਦਇਆ ਕਰਨਾ ਮੇਰੇ बाबा जी राधा स्वामी, बाबा जी मेरी गल ये है, एक माँ बाप पूरे परिवार को पालता है, मगर पूरा परिवार एक माँ बाप को क्यों नहीं पालता? आप बताओ मेरे को। ये तो देखो, मैं तो बुढ़ापे में हो गया हूँ, मैं तो खुद माँ बाप के दर्जे पे पहुंच गया हूँ। आप नौजवान हैं, आप बताओ कि आजकल के नौजवान क्यों नहीं माँ बाप का ख्याल करते बेटा। बेटा मालिक के बाद तो माँ बाप हैं बेटा, और अगर आप माँ बाप की देखभाल नहीं कर सके, माँ बाप की सेवा नहीं कर सके, तो मालिक की सेवा कहाँ से होगी? बाबा जी नामदान की बख्शिश करी होंगे। माँ बाप का जरूर ख्याल रखना चाहिए बेटा। बाबा जी हम तो पूरा पूरा रखते हैं, मगर फिर भी कमी तो लगी जाती। कमी तो वो पूरी नहीं होगी बेटा। जितना माँ बाप बच्चों के लिए करते हैं, बच्चे तो कभी भी उतना नहीं कर सकेंगे, मगर जितना कर सकते हैं उतना तो करें ना। बाबा जी कुछ नहीं करते ना। नहीं, आप दूसरों को मत देखें, आप निभाओ। हर एक का अपना अपनी बेटा कर्म है, हमने नहीं बोझ उठाना। आप अच्छी तरह सेवा करें। बाबा जी भजन सिमरन नहीं होता बेटा क्यों हम कहते हैं नहीं होता? हम करते नहीं है।
कर तो हम सब कुछ कर सकते हैं बेटा, अगर हमसे ना होता ना तो उसने नामदान की बख्शिश भी नहीं करनी थी बेटा। हम करते नहीं है। जब हम बाकी काम कर सकते हैं तो भजन सिमरन क्यों नहीं कर सकते? हमने कभी कहा है कि आज मैं सो नहीं सकता, आज मैं रोटी नहीं खा सकता, आज मैं नहा नहीं सकता? जब बाकी काम कर सकते हैं तो भजन सिमरन भी कर सकते हैं बेटा। बाबा जी कोशिश करते हैं मगर मन 2 मिनट लगता है फिर भाग जाता है। आप बैठो, आप कहो कि मन चाहे है नहीं है, मैं तो बैठूंगा, मैं तो वक़्त दूंगा। और अगर आप पूरा वक़्त देंगे मन भी लगना शुरू हो जाएगा। बाबा जी मैं 10-12 साल हो गए, मैं भटक गई थी, अपना रास्ता था। बाबा जी 10 साल के बाद मैं वैसा आई हूँ, मेरे में बहुत कमी है, बहुत ज्यादा। नहीं बेटा ऐसे मैं नहीं, शर्मिंदा हूँ। नहीं ऐसे मत सोचिए आप। देखो बेटा, कोई भी यहाँ पे इंसान ऐसा नहीं है जिसने गलती नहीं की। अगर यहाँ बैठे हैं कर्मों करके बैठे हैं, अगर कि किसी के कर्म नहीं होंगे तो फिर वो मालिक के पास होगा। तो बेटा मालिक ने जिंदगी दी है सीखने के लिए, ठीक है ना। अब जैसे बच्चा है, वो चलना सीखता है, गिरता भी है, उठता भी है, और फिर सीख के आहिस्ता आहिस्ता चलता भी है और भागना भी शुरू कर देता है। घबराना नहीं है, सीखो जिंदगी से, सीख के सही रास्ते पे चलेंगे, उसकी बख्शिश ही बख्शिश है बेटा। अगर हम घबरा के रह जाएंगे तो फिर नहीं हमारा कुछ बनेगा। आप मत घबराएं। बाबा जी एक सवाल है मेरा, सिर्फ में ना आपसे ही है, आप बहुत ज्यादा बाहर भी अंदर भी बाबा जी, बस मेरा मन की सब आप ही जानो। बेटा बोझ ना इंसान खुद उठाता है, हम ऐसे ही फिक्र करते हैं। चिंता ताकी कीजिए जुवन होनी होए बेटा। मैं ये नहीं कहता हूं कि सोच विचार मत करें, सोच विचार करें मगर किसी हद तक। उसके आगे ज्यादा सोच विचार करने से कोई ज्यादा हल नहीं मिल जाएगा। सब कुछ अपने हाथ में है बेटा, चाहे फिक्र है, चाहे डिप्रेशन है, जो भी है। अगर हम हिम्मत रखेंगे, मालिक के हुक्म उसकी रजा में रहेंगे बेटा, अपने आप इंसान हल्का महसूस करेगा और अंदर में भी इतनी ताकत आएगी कि हम सब चीजों का सामना कर सकें। पिताजी बस आप ही चाहिए, आप कोई बाबा जी, जब आत्मा शरीर पुराने चोले को छोड़ती है तो आगे दूसरा चोला दान करने के लिए कितने कब प्रवेश करती है? बेटा हम इन चीजों में क्यों पढ़ते हैं बेटा? पहले तो हमें ये सोचना ही नहीं चाहिए कि अगली बारी हमने वापस आना है। क्या इस जिंदगी में हमें कोई अच्छी खुशी मिल रही है जो हम वापस आना चाहते हैं? बेटा हमारा लक्ष्य तो यही होना चाहिए कि हमने वापस नहीं आना, हमने तो अपने सच्चे घर जाना है। बाकी अगर आना भी पड़ा वो तो मालिक की मौज है। इन चीज़ों को ना तो आपको पहचान हो पाएगी, ना ही इन चीज़ों की गिनती कर पाओगे आप बेटा। ठीक है। जैसे पीछे बाबा जी आपने पूरी स्मारत रखी है, आगे भी इसी बना रखते रहोगे? बेटा वो कर्मों के ऊपर निर्भर है। अगर हमारे कर्म सही होंगे तो अपने आप सब संभाल होगी। अगर बोझ ही इतना पड़ जाएगा तो फिर संभाल कोई क्या करेगा बेटा? जब इंसान खुद अपनी संभाल नहीं करेगा तो क्या और कोई कर सकता है? ਬਾਬਾ ਜੀ ਸਤਸੰਗ ਫਰਮਾਇਆ ਜਾਂਦਾ ਹੈ ਕਿ ਅਗਰ ਆਪਾਂ ਭਜਨ ਸਿਮਰਨ ਨਹੀਂ ਕਰਦੇ ਤਾਂ ਰੋਡ ਰੋਲਰ ਨਾਲ ਬੰਨ੍ਹ ਕੇ ਲਿਜਾਇਆ ਜਾਂਦਾ ਹੈ ਕਿ ਅਗਰ ਸਾਡਾ ਬੱਚਾ ਵੀ ਅਗਰ ਕੋਈ ਗਲਤੀ ਕਰਦਾ ਤਾਂ ਅਸੀਂ ਉਹਨੂੰ ਸਜ਼ਾ ਜ਼ਰੂਰ ਦਿੰਦੇ ਹਾਂ, ਪਰ ਸਾਡੇ ਪਿਆਰ ਦੇ ਵਿੱਚ ਕਮੀ ਤਾਂ ਨਹੀਂ ਨਾ ਆਉਂਦੀ। ਤੇ ਕੀ ਅਗਰ ਅਸੀਂ ਭਜਨ ਸਿਮਰਨ ਘੱਟ ਕਰਦੇ ਹਾਂ ਜਾਂ ਨਹੀਂ ਕਰ ਸਕਦੇ ਤਾਂ ਕੀ ਤੁਹਾਡੇ ਪਿਆਰ ਦੇ ਵਿੱਚ ਸਾਡੇ ਕੋਈ ਕਮੀ ਆਏਗੀ? बेटा जिवें बैंक का बही खाता है ना, हुण मैनेजर थोड़े नाल जिन्ना मर्जी प्यार करे, थोड़ा दोस्त होवे जो होवे, जो तुसी कर्ज लिता है वो वापस करना है कि नहीं करना? वो थोड़े वास्ते आसान बना दूगा पर कर्ज तो देना है। हाँ जी। सो इस करके बेटा आपां लफ्जां दे हेर फेर च ना फसीए। मकसद इक्को ही है कि कर्म जो जो करेगा तू वही फिर भोगना भरना, कर्मां दा हिसाब किताब देना बेटा। हुण बच्चा तुसी बहुत प्यार करदे हो पर वो कहना नहीं मानता, तो अपना हथ अग च पा लैंदा, हथ जलूगा। हुण उस तो किते ज्यादा पीड़ माँ बाप नूं हो रही है, मगर की ਉਹਦਾ दर्द लै सकते हैं बेटा? हुण जो उन्हें करनी कीती है, जो उन्हें कदम चुक्या है, ਉਹਦਾ भुगतान देना पऊगा कि नहीं देना पऊगा? सच्चे पातशाह मेहर करियो, भजन सिमरन करन दी ताकत बख्शियो सच्चे पातशाह। ਉਹ ਅਖੀਰਲੇ ਦਮ ਤੱਕ ਤੁਹਾਨੂੰ ਨਾ ਵਿਸਾਰੀਏ, ਇੰਨੀ ਤਾਕਤ ਬਖਸ਼ਿਓ ਸੱਚੇ ਪਾਤਸ਼ਾਹ।